ਜੀ ਦੇਸ਼ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਹਰ ਚੀਜ਼ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਚਾਹੇ ਰੇਲਵੇ ਹੋਵੇ ਜਾਂ 에ਅਰਪੋਰਟ ਦਾ ਕੰਮ ਹੋਵੇ ਜਾਂ ਹੋਰ ਵੀ ਜਿਹੜੀ ਇੰਡਸਟਰੀ ਹੈ ਉਸ ਨੂੰ ਵੀ ਨਿੱਜੀਕਰਨ ਦਿੱਤਾ ਜਾ ਰਿਹਾ ਹੈ। ਤਾਂ ਇਸੇ ਲੜੀ ਦੇ ਤਹਿਤ ਜੋ ਬੈਂਕ ਹਨ ਉਹਨਾਂ ਨੂੰ ਵੀ ਹੁਣ ਹੌਲੀ ਹੌਲੀ ਨਿੱਜੀਕਰਨ ਦੇ ਹਵਾਲੇ ਕੀਤਾ ਜਾ ਰਿਹਾ ਹੈ। ਤਾਂ ਇਸੇ ਦੇ ਖਿਲਾਫ ਜੋ ਬੈਂਕ ਮੁਲਾਜ਼ਮਾਂ ਵੱਲੋਂ ਆਪਣੀ ਹੜਤਾਲ ਜਾਰੀ ਕੀਤੀ ਗਈ ਹੈ 2 ਦਿਨਾਂ ਦੀ, ਤੇ ਜਿਸ ਦੇ ਕਰਕੇ ਗਾਹਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਂ ਉਹਨਾਂ ਦੀਆਂ ਕੁਝ ਮੰਗਾਂ ਹਨ ਕਿ ਦੇਸ਼ ਦੇ ਜੋ ਸੋਮੇ ਹਨ ਉਹਨਾਂ ਨੂੰ ਨਿੱਜੀਕਰਨ ਨਾ ਦਿੱਤਾ ਜਾਵੇ। ਤਾਂ ਤੁਸੀਂ ਇਸ ਸਭ ਨੂੰ ਕਿਵੇਂ ਦੇਖਦੇ ਹੋ ਜੀ? ਦੇਖੋ ਜੋਬਨ ਜੀ, ਜਦੋਂ ਅਸੀਂ ਸਰਕਾਰੀ ਬੈਂਕਾਂ ਦੀ ਗੱਲ ਕਰਦੇ ਹਾਂ ਤਾਂ ਸਰਕਾਰੀ ਬੈਂਕਾਂ ਪੂਰੇ ਦੁਨੀਆ ਦੇ ਮੁਲਕਾਂ ਦੇ ਵਿੱਚ ਹੈਗੀਆਂ ਨੇ ਜੀ। ਤੇ ਉਹਨਾਂ ਸਰਕਾਰੀ ਬੈਂਕਾਂ ਨੂੰ ਚੱਲਦੇ ਰੱਖਣ ਦੇ ਲਈ ਸਰਕਾਰ ਜਿਹੜੀ ਹੈ ਉਹ ਹਰ ਸਾਲ ਵਿੱਤੀ ਸਹਾਇਤਾ ਉਹਨਾਂ ਬੈਂਕਾਂ ਦੀ ਕਰਦੇ ਆ। ਕਿਉਂਕਿ ਜਦੋਂ ਅਸੀਂ ਇੰਗਲੈਂਡ ਦੀ ਗੱਲ ਕਰਦੇ ਹਾਂ ਤਾਂ ਬੈਂਕ ਆਫ ਸਕਾਟਲੈਂਡ ਜਿਹੜੀ ਹੈ ਉੱਥੋਂ ਦੀ ਸਰਕਾਰੀ ਬੈਂਕ ਹੈ, ਤਾਂ ਕਰੀਬ 4.5 ਲੱਖ ਕਰੋੜ ਰੁਪਈਆ 2 ਸਾਲ ਦੇ ਵਿੱਚ ਇੰਗਲੈਂਡ ਦੀ ਸਰਕਾਰ ਨੇ ਉਹ ਬੈਂਕ ਨੂੰ ਚੱਲਦਾ ਰੱਖਣ ਦੇ ਲਈ, ਮਜ਼ਬੂਤ ਕਰਨ ਦੇ ਲਈ ਜਿਹੜਾ ਉਹ ਪਾਇਆ ਗਾ, ਜਦ ਕਿ ਭਾਰਤ ਸਰਕਾਰ ਨੇ ਉਹਦੇ ਕੰਪੈਰੀਜ਼ਨ ਨਹੀਂ ਪਾਇਆ। ਤੇ ਇਸ ਕਰਕੇ ਜੇ ਸਾਰੇ ਕਾਮਯਾਬ ਮੁਲਕਾਂ ਦੀਆਂ ਸਰਕਾਰਾਂ ਵੀ ਆਪਣੀਆਂ ਬੈਂਕਾਂ ਨੂੰ ਬਚਾਉਣ ਦੇ ਲਈ ਕਦਮ ਚੁੱਕ ਰਹੀਆਂ ਨੇ ਤਾਂ ਇਹਦਾ ਮਤਲਬ ਸਰਕਾਰੀ ਬੈਂਕ ਜਿਹੜੀ ਹੈ ਉਹ ਜ਼ਰੂਰੀ ਹੈ। ਕਿਉਂਕਿ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤਾਂ ਭਾਰਤ ਦੇ ਵਿੱਚ ਆਜ਼ਾਦੀ ਤੋਂ ਬਾਅਦ ਬੈਂਕ ਸਿਸਟਮ ਜਿਹੜਾ ਸੀ ਇੰਨਾ ਮਜ਼ਬੂਤ ਨਹੀਂ ਸੀ। ਬੈਂਕਾਂ ਸਿਰਫ ਵੱਡੇ ਮਹਾਨਗਰਾਂ ਤੱਕ ਮਹਦੂਦ ਸੀਗੀਆਂ ਜੀ। ਤਾਂ ਲੋਕਾਂ ਦਾ ਜਿਹੜਾ ਸੀ ਕੰਮ ਕਿ ਉਹ ਆੜ੍ਹਤੀਆਂ ਦੇ ਥਰੂ ਕਰਜ਼ਾ ਚੱਕਦੇ ਸੀ, ਜਿਹੜੇ ਵਿਆਜੀਏ ਲੋਕ ਸਮਾਜ ਦੇ ਵਿੱਚ ਵਿਆਜ ਤੇ ਪੈਸਾ ਦਿੰਦੇ ਸੀ ਉੱਥੋਂ ਕਰਜ਼ਾ ਜਿਹੜਾ ਉਹ ਚੁੱਕਦੇ ਸੀਗੇ। ਆਮ ਆਦਮੀ ਦੇ ਲਈ ਸਿੱਧੇ ਲੋਨ ਦੀ ਵਿਵਸਥਾ ਕੋਈ ਜਿਹੜੀ ਸੀ ਉਹ ਨਹੀਂ ਸੀਗੀ। ਤਾਂ 1970 ਦੇ ਵਿੱਚ ਆਉਂਦਿਆਂ 1970 ਦੇ ਵਿੱਚ ਬੈਂਕਾਂ ਨੂੰ ਸੈਂਟਰਲਾਈਜ਼ ਕੀਤਾ ਗਿਆ, ਯਾਨੀ ਕਿ ਸੈਂਟਰ ਗਵਰਨਮੈਂਟ ਦੀ ਪਾਲਿਸੀ ਤਹਿਤ ਸੈਂਟਰਲਾਈਜ਼ ਕੀਤਾ ਗਿਆ ਤੇ ਬੈਂਕ ਨਾ ਡੁੱਬਣ, ਲੋਕਾਂ ਦਾ ਪੈਸਾ ਨਾ ਡੁੱਬੇ, ਲੋਕਾਂ ਦੀ ਵਿਸ਼ਵਾਸਯੋਗਤਾ ਬਹਾਲ ਹੋਵੇ। ਤਾਂ ਉਹਦੇ ਲਈ ਕਾਨੂੰਨ ਲਿਆਂਦਾ ਗਿਆ ਕਿ ਜਿਹੜੀ ਕੇਂਦਰ ਸਰਕਾਰ ਆ ਉਹ 51% ਸ਼ੇਅਰ ਆਪਣਾ ਜਿਹੜਾ ਹੈ ਉਹ ਸਰਕਾਰੀ ਬੈਂਕਾਂ ਦੇ ਵਿੱਚ ਰੱਖੇਗੀ। ਤਾਂ ਉਹਦੇ ਨਾਲ ਬੈਂਕਿੰਗ ਸਿਸਟਮ ਮਜ਼ਬੂਤ ਹੋਇਆ, ਲੋਕਾਂ ਤੱਕ ਬੈਂਕ ਪਹੁੰਚੀ, ਆਮ ਲੋਕਾਂ ਦੇ ਖਾਤੇ ਬੈਂਕਾਂ 'ਚ ਹੋਏ, ਕਰਜ਼ਾ ਲੋਕਾਂ ਨੂੰ ਬੈਂਕਾਂ 'ਚੋਂ ਮਿਲਣ ਲੱਗਿਆ। ਇਸ ਤੋਂ ਇਲਾਵਾ ਜਨ ਧਨ ਯੋਜਨਾ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਵੇਲੇ ਦੀ ਉਦਾਹਰਨ ਹੈ। ਤਾਂ ਉਸ ਸਮੇਂ ਜਿਹੜੇ ਅਕਾਊਂਟ ਖੁੱਲ੍ਹੇ ਤਾਂ ਉਹ ਆਮ ਲੋਕਾਂ ਦੇ ਅਕਾਊਂਟ ਖੁੱਲ੍ਹੇ, ਤਾਂ ਉਹ ਅਕਾਊਂਟ ਜੇ ਆਪਾਂ ਦੇਖੀਏ ਤਾਂ 90% ਤੋਂ ਉੱਪਰ ਅਕਾਊਂਟ ਜਿਹੜੇ ਨੇ ਉਹ ਸਰਕਾਰੀ ਬੈਂਕਾਂ ਦੇ ਵਿੱਚ ਖੁੱਲ੍ਹੇ ਨੇ। ਉਹ ਪ੍ਰਾਈਵੇਟ ਬੈਂਕਾਂ ਦੇ ਵਿੱਚ ਕਿਉਂ ਨਹੀਂ ਖੁੱਲ੍ਹੇ? ਤਾਂ ਉਹ ਸਰਕਾਰੀ ਬੈਂਕਾਂ ਦੇ ਵਿੱਚ ਖੁੱਲ੍ਹੇ ਨੇ। ਤਾਂ ਹੁਣ ਜੇ ਕੋਈ ਡਿਪਾਰਟਮੈਂਟ ਘਾਟੇ ਦੇ ਵਿੱਚ ਜਾ ਰਿਹਾ ਹੈਗਾ, ਜਿਸ ਤਰ੍ਹਾਂ 에ਅਰ ਇੰਡੀਆ ਦੀ ਗੱਲ ਸਰਕਾਰ ਨੇ ਕੀਤੀ, 에ਅਰ ਇੰਡੀਆ ਨੂੰ ਲੈ ਕੇ ਸਰਕਾਰ ਨੇ ਕਿਹਾ ਕਿ ਉਹ ਲਗਾਤਾਰ ਘਾਟੇ ਦੇ ਵਿੱਚ ਜਾ ਰਿਹਾ ਹੈ, ਸਾਨੂੰ ਜਿਹੜਾ ਹੈ ਉਹਦੇ 'ਚ ਹਰ ਸਾਲ ਪੈਸੇ ਪਾਉਣੇ ਪੈਂਦੇ ਨੇ, ਇਸ ਕਰਕੇ ਅਸੀਂ ਵੇਚ ਰਹੇ ਹਾਂ। ਚਲੋ 에ਅਰ ਇੰਡੀਆ ਘਾਟੇ 'ਚ ਜਾ ਰਹੀ ਸੀ, ਸਰਕਾਰ ਨੇ ਵੇਚਿਆ, ਪਰ ਜਦੋਂ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਉਹ ਸਪਸ਼ਟ ਰੂਪ ਦੇ ਵਿੱਚ ਇਹ ਕਹਿੰਦੇ ਆ ਕਿ ਕੋਈ ਵੀ ਸਰਕਾਰੀ ਬੈਂਕ ਜਿਹੜੀ ਹੈ ਉਹ ਘਾਟੇ ਦੇ ਵਿੱਚ ਨਹੀਂ ਹੈਗੀ। ਸਾਰੀਆਂ ਬੈਂਕਾਂ ਜਿਹੜੀਆਂ ਉਹ ਪ੍ਰੋਫਿਟ ਕੱਢ ਰਹੀਆਂ ਨੇ, ਪਰ ਇਹਦੇ ਬਾਵਜੂਦ ਵੀ ਸਰਕਾਰ ਜਿਹੜੀ ਹੈ ਉਹ 1949 ਵਾਲਾ ਪ੍ਰਾਈਵੇਟ ਬੈਂਕਾਂ ਵਾਲਾ ਜਿਹੜਾ ਬਿੱਲ ਹੈ, 1970 ਵਾਲਾ ਜਿਹੜਾ ਸੈਂਟਰਲਾਈਜ਼ ਬੈਂਕਾਂ ਦਾ ਬਿੱਲ ਹੈ, ਉਹਨੂੰ ਜਿਹੜਾ ਹੈ ਨਵਾਂ ਕਾਨੂੰਨ ਲਿਆ ਕੇ ਹੁਣ ਇਸ ਸਰਦਰੁੱਤ ਇਜਲਾਸ ਦੇ ਵਿੱਚ ਉਹਨਾਂ ਕਾਨੂੰਨਾਂ ਨੂੰ ਤੋੜਨਾ ਚਾਹੁੰਦੀ ਹੈ ਤੇ ਇਹਦੇ ਨਾਲ ਬੈਂਕਾਂ ਦੇ ਵਿੱਚੋਂ ਆਪਣੀ ਹਿੱਸੇਦਾਰੀ ਜਿਹੜੀ ਉਹ ਵੇਚਣਾ ਚਾਹੁੰਦੀ ਹੈ। ਕਿਉਂਕਿ ਇਹਦੀ ਉਦਾਹਰਨ ਸਾਨੂੰ ਜਦੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕੀਤਾ ਸੀ ਇਸ ਸਾਲ ਦਾ, ਤਾਂ ਉਸ ਬਜਟ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਦਿਖਾਈ ਦਿੱਤੀ ਗਈ ਸੀ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ 2 ਬੈਂਕਾਂ ਦਾ ਜਿਹੜਾ ਹੈ ਡੀਮੋਨੀਟਾਈਜ਼ ਕਰਾਂਗੇ, 2 ਬੈਂਕਾਂ ਨੂੰ, ਜਾਣੀ ਕਿ ਸਿੱਧੀ ਭਾਸ਼ਾ 'ਚ ਕਹਿ ਦਈਏ ਤਾਂ 2 ਬੈਂਕਾਂ ਨੂੰ ਪ੍ਰਾਈਵੇਟ ਕਰਾਂਗੇ, ਉਹ 'ਚੋਂ ਆਪਣੀ ਹਿੱਸੇਦਾਰੀ ਵੇਚਾਂਗੇ। ਪਰ ਉਹ 2 ਬੈਂਕਾਂ ਕਿਹੜੀਆਂ ਹੋਣਗੀਆਂ ਇਹਨੂੰ ਲੈ ਕੇ ਫਿਲਹਾਲ ਜਿਹੜਾ ਸਰਕਾਰ ਨੇ ਸੰਸਦ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਨਹੀਂ ਦੱਸਿਆ ਕਿ ਕਿਹੜੀਆਂ ਬੈਂਕਾਂ ਉਹ ਵੇਚਣ ਜਾ ਰਹੀ ਹੈ। ਪਰ ਸਵਾਲ ਇਹ ਹੈ ਕਿ ਜੇਕਰ ਅੱਜ 2 ਵੇਚਣ ਜਾ ਰਹੀ ਹੈ ਤਾਂ ਅੱਗੇ ਜਾ ਕੇ ਵੱਧ ਵੀ ਜਿਹੜੀਆਂ ਉਹ ਵੇਚੇਗੀ ਤੇ ਨਾਲੋਂ ਨਾਲ ਪ੍ਰਾਈਵੇਟ ਬੈਂਕਾਂ ਇਸ ਮੁਲਕ ਦੇ ਵਿੱਚ ਨਹੀਂ ਡੁੱਬੀਆਂ, ਐਸੀ ਕੋਈ ਉਦਾਹਰਨ ਨਹੀਂ ਹੈ। ਯੈਸ ਬੈਂਕ ਜਾਂ NSIB ਬੈਂਕ ਜਿਹੜੀਆਂ ਸੀਗੀਆਂ ਹੁਣ 3-4 ਰੀਸੈਂਟਲੀ ਲੋਕਾਂ ਨੇ ਦੇਖਿਆ ਕਿ ਉਹ ਬੈਂਕਾਂ ਦਾ ਕਿਸ ਢੰਗ ਦੇ ਨਾਲ ਦਿਵਾਲਾ ਜਿਹੜਾ ਉਹ ਨਿਕਲਿਆ ਤੇ ਲੋਕ ਕਿੱਡੇ ਫਿਕਰਮੰਦ ਰਹੇ ਆਪਣੇ ਪੈਸੇ ਨੂੰ ਲੈ ਕੇ। ਤਾਂ ਜਿਹੜੀ ਸਰਕਾਰੀ ਬੈਂਕ ਸੀਗੀ ਉਹਨੇ ਲੋਕਾਂ ਦੇ ਵਿੱਚ ਵਿਸ਼ਵਾਸਯੋਗਤਾ ਜਿਹੜੀ ਉਹ ਪੈਦਾ ਕੀਤੀ ਹੈ। ਇਸ ਤੋਂ ਇਲਾਵਾ ਸਰਕਾਰ ਹੁਣ ਕਹਿ ਰਹੀ ਹੈ ਕਿ 5 ਲੱਖ ਕਰੋੜ ਰੁਪਈਆ ਵਾਪਸ ਵੀ ਆਇਆ ਬੈਂਕਾਂ ਦਾ ਕਰਜ਼ੇ ਦੇ ਰੂਪ ਦੇ ਵਿੱਚ, ਪਰ 25,24,000 ਕਰੋੜ ਰੁਪਈਆ NPA ਕੀਤਾ ਗਿਆ। ਯਾਨੀ ਕਿ NPA ਦਾ ਮਤਲਬ ਸਿੱਧੀ ਭਾਸ਼ਾ ਦੇ ਵਿੱਚ ਇਹ ਹੈ ਕਿ ਬੈਂਕ ਜਿਹੜਾ ਪੈਸਾ ਦਿੰਦੀ ਹੈ ਕਿਸੇ ਨੂੰ ਕਰਜ਼ੇ ਦੇ ਰੂਪ ਦੇ ਵਿੱਚ, ਉਹਦੇ ਵਿਆਜ ਦੇ ਰੂਪ ਦੇ ਵਿੱਚ ਬੈਂਕ ਨੂੰ ਉਹਦੀ ਇਨਕਮ ਹੁੰਦੀ ਹੈਗੀ, ਪਰ ਜਿਹੜੀ ਚੀਜ਼ NPA 'ਚ ਪਾ ਦਿੱਤੀ ਜਾਂਦੀ ਉਹਦਾ ਮਤਲਬ ਇਹ ਹੈ ਕਿ ਪੈਸਾ ਫਰੀਜ਼ ਹੋ ਗਿਆ, ਉਹਦੇ ਤੇ ਵਿਆਜ ਲੱਗਣਾ ਜਿਹੜਾ ਉਹ ਬੰਦ ਹੋ ਸਕਦਾ। ਤਾਂ ਜਿਹੜਾ ਉਹ ਪੈਸਾ ਹੈਗਾ ਉਹ ਕਦੋਂ ਵਾਪਸ ਆਊਗਾ ਉਹ ਦੇਖੋ, ਪਰ ਬੈਂਕ ਦੇ ਲਈ ਉਹ ਪੈਸਾ ਜਿਹੜਾ ਮਿੱਟੀ ਆ ਉਸੇ ਦਿਨ ਤੋਂ, ਕਿਉਂਕਿ ਉਹਦੇ ਤੇ ਕੋਈ ਵਿਆਜ ਨਹੀਂ ਆਉਂਦਾ, ਕੋਈ ਸਰਕਲ ਉਹਦਾ ਨਹੀਂ ਘੁੰਮ ਰਿਹਾ, ਉਹ ਫਰੀਜ਼ਰ 'ਚ ਲੱਗ ਗਿਆ। ਤਾਂ ਉਹ 25,24,000 ਕਰੋੜ ਰੁਪਈਆ ਜੇ NPA ਹੈ
ਤਾਂ ਐਨਪੀਏ ਦੇ ਵਿੱਚੋਂ ਵੱਡਾ ਹਿੱਸਾ ਜਿਹੜਾ ਹੈ 17 ਲੱਖ ਕਰੋੜ ਰੁਪਏ ਦੇ ਉੱਪਰੋਂ ਜਿਹੜਾ ਹੈ ਉਹ ਸਰਕਾਰੀ ਬੈਂਕਾਂ ਦਾ ਹੈਗਾ। ਤਾਂ ਹੁਣ ਸਰਕਾਰ ਇਹ ਕਹਿ ਰਹੀ ਹੈ ਕਿ 5 ਲੱਖ ਕਰੋੜ ਰੁਪਏ ਦੀ ਵਸੂਲੀ ਵੀ ਹੋਈ ਹੈ, ਤਾਂ 25 ਲੱਖ ਕਰੋੜ ਰੁਪਏ ਐਨਪੀਏ 'ਚ ਪਾ ਕੇ ਜੇ 5 ਲੱਖ ਕਰੋੜ ਰੁਪਏ ਦੀ ਵਸੂਲੀ ਹੋ ਰਹੀ ਹੈ ਤਾਂ ਇਹਦੇ ਤੋਂ ਸਪਸ਼ਟ ਰੂਪ ਦੇ ਵਿੱਚ ਇਹ ਇਸ਼ਾਰਾ ਮਿਲਦਾ ਹੈ ਕਿ ਬੈਂਕਾਂ ਦਾ ਕਸੂਰ ਨਹੀਂ ਹੈ, ਕਸੂਰ ਗਵਰਨਮੈਂਟ ਦੀ ਗਵਰਨੈਂਸ ਦਾ ਕਿ ਜਿਹੜੇ ਲੋਕ ਕਰਜ਼ਾ ਲੈ ਰਹੇ ਨੇ ਉਹ ਕਰਜ਼ਾ ਨਹੀਂ ਮੋੜ ਪਾ ਰਹੇ, ਤੇ ਕਰਜ਼ਾ ਨਾ ਮੋੜਨ ਦੀ ਸੂਰਤ ਦੇ ਵਿੱਚ ਸਰਕਾਰ ਸਿੱਧੇ ਰੂਪ 'ਚ ਕਹਿੰਦੀ ਹੁੰਦੀ ਹੈ ਕਿ ਅਸੀਂ ਕਰਜ਼ਾ ਮਾਫ ਨਹੀਂ ਕੀਤਾ, ਪੈਸੇ ਐਨਪੀਏ ਦੇ ਵਿੱਚ ਪਾਏ ਗਏ ਨੇ। ਤਾਂ ਗੱਲ ਇਹ ਹੈ ਕਿ ਬੈਂਕਾਂ ਦੇ ਉੱਪਰ ਬੋਝ ਜਿਹੜਾ ਹੈ ਵੱਧ ਰਿਹਾ ਗਾ, ਕਿਉਂਕਿ ਜੇ ਕਿਸੇ ਆਮ ਵਿਅਕਤੀ ਨੇ ਕਰਜ਼ਾ ਲਿਆ ਹੋਵੇ ਤਾਂ ਕਦੇ ਦੇਖਿਆ ਕਿ ਬੈਂਕ ਜਿਹੜਾ ਹੈ ਉਹਦਾ ਪੈਸਾ ਐਨਪੀਏ ਦੇ ਵਿੱਚ ਪਾ ਰਹੀ ਹੈ ਜਾਂ ਉਹਦਾ ਪੈਸਾ ਮਾਫ ਕੀਤਾ ਜਾ ਰਿਹਾ ਹੈ, ਉਹਨੂੰ ਸਮਾਜ ਦੇ ਵਿੱਚ ਆ ਕੇ ਜ਼ਲੀਲ ਜਿਹੜਾ ਉਹ ਬੈਂਕ ਮੁਲਾਜ਼ਮਾਂ ਵੱਲੋਂ ਕੀਤਾ ਜਾਂਦਾ ਹੈਗਾ। ਤਾਂ ਇਸ ਕਰਕੇ ਸਰਕਾਰ ਜਿਹੜੀ ਆਪਣੀ ਹਿੱਸੇਦਾਰੀ ਹੁਣ ਵੇਚਣ ਜਾ ਰਹੀ ਹੈ, ਤਾਂ ਹਿੱਸੇਦਾਰੀ ਵੇਚਣ ਦਾ ਸਿੱਧੇ ਰੂਪ ਦੇ ਵਿੱਚ ਮਤਲਬ ਇਹ ਹੈ ਕਿ ਬੈਂਕਾਂ ਨੂੰ ਪ੍ਰਾਈਵੇਟ ਕਰਨ ਵੱਲ ਲਿਜਾਇਆ ਜਾ ਰਿਹਾ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਸਟੈਪ ਜਿਹੜਾ ਕੱਲੀਆਂ ਸਰਕਾਰੀ ਬੈਂਕਾਂ ਨੂੰ ਲੈ ਕੇ ਚੁੱਕਿਆ ਗਿਆ ਸੀਗਾ। ਜੇ ਸਰੋਤਿਆਂ ਦੇ ਯਾਦ ਹੋਵੇ, ਖਾਸ ਕਰਕੇ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਸਰੋਤੇ ਨੇ, ਤਾਂ ਉਹਨਾਂ ਲਈ ਸਟੇਟ ਬੈਂਕ ਆਫ ਪਟਿਆਲਾ ਉਹਨਾਂ ਨੇ ਸਾਰਿਆਂ ਨੇ ਸੁਣੀ ਹੋਣੀ ਹੈ। ਤਾਂ ਉਹ ਸਟੇਟ ਬੈਂਕ ਆਫ ਪਟਿਆਲਾ ਹੁਣ ਸਟੇਟ ਬੈਂਕ ਆਫ ਇੰਡੀਆ ਬਣ ਚੁੱਕੀ ਹੈ। ਤਾਂ ਉਸ ਸਮੇਂ ਵੀ ਕੇਂਦਰ ਸਰਕਾਰ ਨੇ ਇਹ ਕਿਹਾ ਸੀਗਾ ਕਿ ਸਾਡੀਆਂ ਸਰਕਾਰੀ ਬੈਂਕਾਂ ਇੱਕ ਸ਼ਹਿਰ ਦੇ ਵਿੱਚ ਵੱਖ-ਵੱਖ ਨਾਮਾਂ ਤੋਂ ਕਿਉਂ ਹੋਣ, ਤਾਂ ਸਾਨੂੰ ਜਿਹੜੇ ਹੈ ਮੈਨੇਜਰ ਪੱਧਰ ਦੇ, ਵਾਈਸ ਮੈਨੇਜਰ ਪੱਧਰ ਦੇ ਮੁਲਾਜ਼ਮ ਵੱਧ ਰੱਖਣੇ ਪੈਂਦੇ ਨੇ। ਤਾਂ ਇਹਦਾ ਜ਼ਰੂਰੀ ਇਹ ਹੈ ਕਿ ਉਹਨਾਂ ਦਾ ਰਲੇਵਾਂ ਜਿਹੜਾ ਹੈ ਉਹ SBI ਦੇ ਵਿੱਚ ਕਰ ਦਿੱਤਾ ਜਾਵੇ, ਬਾਕੀ ਸਰਕਾਰੀ ਬੈਂਕਾਂ ਦੇ ਵਿੱਚ ਕਰ ਦਿੱਤਾ ਜਾਵੇ, ਤਾਂ ਕਿ ਹਾਇਰ ਅਥਾਰਟੀ ਦੇ ਅਧਿਕਾਰੀ ਘੱਟ ਰੱਖਣੇ ਪੈਣ ਤੇ ਲੋਕਾਂ ਨੂੰ ਸਹੂਲਤਾਂ ਉਸੇ ਤਰ੍ਹਾਂ ਮਿਲਦੀਆਂ ਪੈਣ। ਤਾਂ ਇਸ ਕਰਕੇ ਉਹ ਤਰਕ ਸਰਕਾਰ ਨੇ ਦਿੱਤਾ। ਪਹਿਲਾਂ ਉਹ ਸਰਕਾਰੀ ਬੈਂਕਾਂ ਜਿਹੜੀਆਂ ਨੇ ਉਹ ਬਹੁਤ ਸਾਰਾ ਉਹਨਾਂ ਦਾ ਰਲੇਵਾਂ ਕੀਤਾ ਗਿਆ, ਤਾਂ ਹੁਣ ਉਹਦੇ ਬਾਅਦ ਜਿਹੜਾ ਹੈ ਕਿ ਪ੍ਰਾਈਵੇਟ ਕਰਨ ਜਾ ਰਹੀ ਹੈ ਸਰਕਾਰ ਬੈਂਕਾਂ ਨੂੰ। ਜੇ ਹਿੱਸੇਦਾਰੀ ਵੇਚ ਰਹੀ ਹੈ ਤੇ ਉਹਦੇ 'ਚੋਂ ਇਹ ਕਹਿ ਰਹੀ ਹੈ ਕਿ ਉਹਦੇ ਨਾਲ ਸਰਕਾਰ ਨੂੰ ਇਨਕਮ ਹੋਊਗੀ ਤੇ ਉਸ ਇਨਕਮ ਦੇ ਨਾਲ ਦੇਸ਼ ਦਾ ਵਿਕਾਸ ਜਿਹੜਾ ਉਹ ਕੀਤਾ ਜਾਊਗਾ। ਤਾਂ ਆਪਣੇ ਐਸੈਟ ਵੇਚ ਕੇ ਸਰਕਾਰ ਕੀ ਦੇਸ਼ ਦਾ ਵਿਕਾਸ ਹੁਣ ਜਿਹੜਾ ਉਹ ਕਰਨ ਜਾਊਗੀ, ਕਿਉਂਕਿ ਬੈਂਕਾਂ ਜਿਹੜੀਆਂ ਨੇ ਉਹ ਸਰਕਾਰ ਦੀ ਆਮਦਨ ਦਾ ਸਰੋਤ ਨੇ। ਜੇ ਬੈਂਕਾਂ ਦਾ ਮੁਨਾਫਾ ਹੁੰਦਾ ਤਾਂ ਉਹ ਡਾਇਰੈਕਟਲੀ ਗਵਰਨਮੈਂਟ ਦਾ ਮੁਨਾਫਾ ਗਾ, ਜੇ ਬੈਂਕ ਮੁਨਾਫੇ 'ਚ ਰਹਿੰਦੀ ਹੈ ਤਾਂ ਗਵਰਨਮੈਂਟ ਦਾ ਮੁਨਾਫਾ ਗਾ। ਨੰਬਰ 2 ਤੇ ਜੇ ਬੈਂਕਿੰਗ ਸਿਸਟਮ ਮਜ਼ਬੂਤ ਹੋਇਆਗਾ, ਹਰ ਪਰਿਵਾਰ ਤੱਕ ਬੈਂਕ ਦੀ ਪਹੁੰਚ ਹੋਈ ਹੈ, ਹਰ ਘਰ ਤੱਕ, ਪਿੰਡ ਤੱਕ ਬੈਂਕ ਦੀ ਪਹੁੰਚ ਹੋਈ ਹੈ, ਤਾਂ ਉਹਦੇ ਵਿੱਚ ਸਰਕਾਰੀ ਬੈਂਕਾਂ ਦਾ ਜਿਹੜਾ ਯੋਗਦਾਨ ਹੈ ਉਹਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ, ਕਿਸੇ ਵੀ ਰੂਪ ਦੇ ਵਿੱਚ ਉਹਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ। ਇਸ ਤੋਂ ਇਲਾਵਾ ਜਿਹੜੇ ਬੈਂਕ ਮੁਲਾਜ਼ਮਾਂ ਨੇ ਹੁਣ ਪ੍ਰੋਟੈਸਟ ਸ਼ੁਰੂ ਕੀਤਾ ਗਾ ਜੀ, ਤਾਂ ਉਹ ਪ੍ਰੋਟੈਸਟ ਦੇ ਵਿੱਚ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਅਸੀਂ ਜਿਹੜੀ ਆਪਣੀ ਸੈਲਰੀ ਹੈ ਉਹ ਸੈਲਰੀ ਕਟਾ ਕੇ ਅਸੀਂ ਫਿਰ 2 ਦਿਨ ਦੀ ਪ੍ਰੋਟੈਸਟ ਜਿਹੜੀ ਉਹ ਕਰ ਰਹੇ ਹਾਂ, ਤੇ ਲਗਭਗ 1000 ਕਰੋੜ ਰੁਪਏ ਦੇ ਲਗਭਗ ਸੈਲਰੀ ਉਹ ਆਪਣੀ 2 ਦਿਨਾਂ ਦੇ ਵਿੱਚ ਕਟਾਉਣਗੇ। ਤੇ ਇਸ ਕਰਕੇ ਇਹ ਹੈ ਕਿ ਉਹ ਸੈਲਰੀ ਕਟਾ ਕੇ ਪ੍ਰੋਟੈਸਟ ਕਰ ਰਹੇ ਨੇ, ਇਸ ਨਿੱਜੀਕਰਨ ਨੂੰ ਰੋਕਣ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਨੇ, ਕਿਉਂਕਿ ਹਰ ਖੇਤਰ ਦੇ ਵਿੱਚ ਨਿੱਜੀਕਰਨ ਜਿਹੜਾ ਉਹ ਤੇਜ਼ੀ ਦੇ ਨਾਲ ਵਧਾਇਆ ਜਾ ਸਕਦਾ। ਜੇਕਰ ਸਰਕਾਰ ਕਹਿੰਦੀ ਹੈ ਕਿ ਸਰਕਾਰੀ ਬੈਂਕ ਸਾਡੇ ਤੇ ਬੋਝ ਬਣ ਰਹੇ ਨੇ, ਪੈਸੇ ਪਾਉਣੇ ਪੈਂਦੇ ਨੇ, ਤਾਂ ਉਹ ਪ੍ਰਾਈਵੇਟ ਬੈਂਕਾਂ 'ਚ ਵੀ ਇਨ ਫਿਊਚਰ ਪਾਉਣੇ ਪੈਣਗੇ, ਕਿਉਂਕਿ ਜੇ ਪ੍ਰਾਈਵੇਟ ਬੈਂਕ ਡੁੱਬੂਗੀ ਤਾਂ ਉੱਥੇ ਜਦੋਂ ਲੋਕਾਂ ਦੇ ਪੈਸੇ ਦੀ ਇਨਸਿਕਿਉਰਿਟੀ ਹੋਊਗੀ ਤਾਂ ਬੈਂਕਿੰਗ ਸਿਸਟਮ ਕਲੈਪਸ ਕਰੂਗਾ। ਤਾਂ ਉਹਨੂੰ ਕਲੈਪਸ ਕਰਨ ਤੋਂ ਰੋਕਣ ਲਈ ਜ਼ਰੂਰੀ ਹੈ ਕਿ ਸਰਕਾਰ ਨੂੰ ਕੋਈ ਨਾ ਕੋਈ ਰਸਤਾ ਉਹਦਾ ਕੱਢਣਾ ਪੈਣਾਗਾ, ਜਾਂ ਤਾਂ ਉਹ ਬੈਂਕ ਦਾ ਰਲੇਵਾਂ ਕਿਸੇ ਦੇ ਵਿੱਚ ਕਰਨਾ ਪੈਣਾਗਾ, ਜਾਂ ਫਿਰ ਉਹ ਬੈਂਕ ਨੂੰ ਸਿੱਧੀ ਮਦਦ ਦੇਣੀ ਪੈਣੀ ਹੈ। ਜਾਂ ਹੁਣ ਜੇ ਸਰਕਾਰੀ ਬੈਂਕਾਂ ਦਾ NPA ਬਹੁਤ ਜ਼ਿਆਦਾ ਹੈਗਾ, ਕੱਲ੍ਹ ਨੂੰ ਸਰਕਾਰੀ ਬੈਂਕ ਜੇ ਇੱਕ ਇੱਕ ਕਰਕੇ ਨਿੱਜੀਕਰਨ ਵੱਲ ਜਾਣਗੇ ਤਾਂ ਪ੍ਰਾਈਵੇਟ ਬੈਂਕਾਂ ਦਾ NPA ਜਦੋਂ ਵਧੂਗਾ ਤਾਂ ਉਸ NPA ਦੀ ਭਰਪਾਈ ਜਿਹੜੀ ਉਹ ਸਰਕਾਰ ਨੂੰ ਕੀ ਨਹੀਂ ਕਰਨੀ ਪਊਗੀ, ਤਾਂ ਨਹੀਂ ਫਿਰ ਪ੍ਰਾਈਵੇਟ ਬੈਂਕ ਦੇ ਡੁੱਬਣ ਦਾ ਖਤਰਾ ਜਿਹੜਾ ਉਹ ਬਣੇਗਾ। ਤੇ ਇਸ ਕਰਕੇ ਜਿਹੜਾ ਬੈਂਕਾਂ ਨੂੰ ਪ੍ਰਾਈਵੇਟ ਕਰਨ ਦੀ ਗੱਲ ਹੈ ਕਿ ਸਰਕਾਰ ਦਾ ਮੁਨਾਫੇ ਵਾਲਾ ਸੌਦਾ ਸੀਗਾ ਇਹ ਸਰਕਾਰ ਦੇ ਲਈ ਬੈਂਕਿੰਗ ਸਿਸਟਮ ਜਿਹੜਾ ਹੈਗਾ, ਤੇ ਸਰਕਾਰੀ ਬੈਂਕ ਦੇ ਜ਼ਰੀਏ ਆਮ ਲੋਕਾਂ ਤੱਕ, ਆਮ ਨਾਗਰਿਕਾਂ ਤੱਕ ਅਪਰੋਚ ਹੋਈ ਹੈ, ਲੋਕਾਂ ਨੂੰ ਲੋਨ ਮਿਲਣ ਲੱਗੇ ਨੇ, ਤਾਂ ਵਿਵਸਥਾ ਜਿਹੜੀ ਉਹ ਸਹੀ ਹੋਈ ਹੈ। ਨੰਬਰ 2 ਤੇ ਸਰਕਾਰ ਦੇ ਲਈ ਵੀ ਬੈਨੀਫਿਟ ਇਹਦੇ ਖੜੇ ਹੋਏ ਨੇ, ਪਰ ਸਰਕਾਰ ਇੱਕ ਇੱਕ ਕਰਕੇ ਹਰ ਖੇਤਰ ਦੇ ਵਿੱਚ ਆਪਣੀ ਹਿੱਸੇਦਾਰੀ ਜਿਹੜੀ ਹੈ ਉਹ ਵੇਚਣ ਜਾ ਰਹੀ ਹੈ। ਬੇਸ਼ੱਕ LIC ਹੋਵੇ, 에ਅਰ ਇੰਡੀਆ ਦਾ ਲਗਭਗ ਸੇਲ ਹੋ ਹੀ ਚੁੱਕਿਆ। ਹੁਣ ਬੈਂਕਿੰਗ ਸੈਕਟਰ ਦੇ ਵਿੱਚੋਂ 2 ਬੈਂਕਾਂ ਤੋਂ ਸ਼ੁਰੂਆਤ ਜਿਹੜੀ ਕੀਤੀ ਜਾਣੀ ਹੈ, ਪਰ ਗੱਲ 2 ਬੈਂਕਾਂ ਤੇ ਨਹੀਂ ਰੁਕਣੀ, ਗੱਲ 2 ਬੈਂਕਾਂ ਤੋਂ ਅੱਗੇ ਜਿਹੜੀ ਉਹ ਜਾਣੀ ਹੈਗੀ। ਤਾਂ ਇਸ ਕਰਕੇ ਪ੍ਰੋਟੈਸਟ ਜਿਹੜਾ ਹੈਗਾ ਉਹ ਬੈਂਕਿੰਗ ਮੁਲਾਜ਼ਮਾਂ ਵੱਲੋਂ ਕੀਤਾ ਜਾ ਰਿਹਾ, ਤੇ ਉਹ ਸਪਸ਼ਟ ਰੂਪ ਦੇ ਵਿੱਚ ਇਹੀ ਕਹਿ ਰਹੇ ਨੇ ਦੇਸ਼ ਵਾਸੀਆਂ ਨੂੰ ਕਿ ਪ੍ਰਾਈਵੇਟਾਈਜੇਸ਼ਨ ਜਿਹੜੀ ਹੈ ਉਹ ਇੱਥੇ ਨਹੀਂ ਰੁਕਣੀ। ਜੇ ਬੈਂਕਿੰਗ ਸਿਸਟਮ 'ਚ ਹੋਊਗੀ ਤਾਂ ਉਹ ਬਾਕੀ ਖੇਤਰਾਂ ਦੇ ਵਿੱਚ ਵੀ ਸਭ ਕੁਝ ਜਿਹੜਾ ਹੈ ਉਹ ਪ੍ਰਾਈਵੇਟ ਹੋਵੇਗਾ, ਤੇ ਸਰਕਾਰ ਆਪਣੇ ਐਸੈਟ ਵੇਚੇਗੀ ਹਰ ਖੇਤਰ ਦੇ ਵਿੱਚੋਂ, ਤੇ ਇਹ ਕਹੇਗੀ ਕਿ ਉਹਦੇ ਨਾਲ ਵਿਕਾਸ ਜਿਹੜਾ ਉਹ ਕੀਤਾ ਜਾਣਾਗਾ।
ਤਾਂ ਇਸ ਕਰਕੇ ਹੁਣ ਪੂਰੀ ਭਾਰਤ ਦੇ ਵਿੱਚ ਜਿਹੜੇ ਸਰਕਾਰੀ ਬੈਂਕਾਂ ਦੇ ਬੈਂਕ ਮੁਲਾਜ਼ਮ ਨੇ ਉਹਨਾਂ ਵੱਲੋਂ ਪ੍ਰੋਟੈਸਟ ਕੀਤੀ ਜਾ ਰਹੀ ਹੈ। ਖਾਸ ਕਰਕੇ ਗੱਲ ਇਹ ਹੈ ਕਿ SBI ਤੇ ਪੰਜਾਬ ਨੈਸ਼ਨਲ ਬੈਂਕ ਜਿਹੜੀਆਂ ਕਿ ਸਰਕਾਰੀ ਬੈਂਕਾਂ ਨੇ ਤੇ ਬਹੁਤ ਵੱਡੀਆਂ ਬੈਂਕਾਂ ਨੇ, ਤਾਂ ਇਹਨਾਂ ਦੋਵੇਂ ਬੈਂਕਾਂ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਤੁਸੀਂ ਪ੍ਰੋਟੈਸਟ ਦੇ ਉੱਪਰ ਨਾ ਜਾਓ। ਤਾਂ ਉਹ ਜੋ ਪ੍ਰੋਟੈਸਟ ਤੇ ਨਾ ਜਾਣ ਦੀ ਅਪੀਲ ਆਪਣੇ ਮੁਲਾਜ਼ਮਾਂ ਨੂੰ ਕਰ ਰਹੇ ਨੇ, ਤਾਂ ਉਹ ਤੋਂ ਸਿੱਧਾ ਸਪਸ਼ਟ ਹੈ ਕਿ ਇਹ ਦੋ ਬੈਂਕਾਂ ਦੇ ਐਸਟ ਤਾਂ ਜਿਹੜੇ ਉਹ ਨਹੀਂ ਵੇਚੇ ਜਾ ਰਹੇ, ਤਾਂ ਬੈਂਕਾਂ ਜਿਹੜੀਆਂ ਹੋਰ ਨੇ ਜਿਨ੍ਹਾਂ ਦੇ ਐਸਟ ਵੇਚੇ ਜਾ ਰਹੇ ਨੇ। ਤੇ ਇਸ ਕਰਕੇ ਜਿਹੜੇ ਰਾਹ ਤੇ ਸਰਕਾਰ ਜਾ ਰਹੀ ਹੈ ਕਿ ਹਰ ਖੇਤਰ ਦੇ ਵਿੱਚੋਂ ਆਪਣੇ ਐਸਟ ਵੇਚ ਰਹੀ ਹੈ, ਹਰ ਖੇਤਰ ਨੂੰ ਪ੍ਰਾਈਵੇਟਾਈਜੇਸ਼ਨ ਵੱਲ ਲੈ ਕੇ ਜਾ ਰਹੀ ਹੈ, NPA ਨੂੰ ਲੈ ਕੇ ਕੋਈ ਸਟੈਂਡ ਸਪਸ਼ਟ ਨਹੀਂ, ਕਿੰਨੇ ਕਾਰਪੋਰੇਟਸ ਨੇ ਕਿੰਨਾ ਲੋਨ ਲਿਆ, ਕਿੰਨਾ ਵਾਪਸ ਕੀਤਾ, ਇਹਦਾ ਕਦੇ ਵੀ ਮੀਡੀਆ ਦੇ ਵਿੱਚ ਖੁੱਲ੍ਹ ਕੇ ਸਰਕਾਰ ਵੱਲੋਂ ਅੱਜ ਤੱਕ ਜਿਹੜਾ ਹੈ ਉਹ ਨਹੀਂ ਦੱਸਿਆ ਗਿਆ। ਤੇ ਇਸ ਕਰਕੇ ਬੈਂਕ ਮੁਲਾਜ਼ਮ ਵੀ ਹੁਣ ਪ੍ਰੋਟੈਸਟ ਦੇ ਉੱਪਰ ਨੇ ਤੇ ਬਾਕੀ ਖੇਤਰਾਂ ਦੇ ਵਿੱਚ ਵੀ ਜਿੱਥੇ ਜਿੱਥੇ ਨਿੱਜੀਕਰਨ ਦਾ ਖਤਰਾ ਮੰਡਰਾ ਰਿਹਾ ਗਾ, ਉਹ ਮੁਲਾਜ਼ਮਾਂ ਵੱਲੋਂ ਪ੍ਰੋਟੈਸਟ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਇਸ ਪ੍ਰੋਟੈਸਟ ਨੂੰ ਸਹਿਯੋਗ ਵੀ ਜਿਹੜਾ ਦਿੱਤਾ ਜਾ ਰਿਹਾ।